ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਬਰੁਣ ਕੌਰ ਮਾਨ। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਰੀਮੈਕਸ ਦੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਪ੍ਰਾਪਰਟੀ ਖਰੀਦ ਅਤੇ ਵੇਚ ਸਕਦੇ ਹੋ। ਇਹਨਾਂ ਦੇ ਫੋਨ ਨੰਬਰ ਵੀ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ। ਹੁਣ ਪੇਸ਼ ਨੇ ਪਹਿਲਾਂ ਚੁਣਵੀਆਂ ਖਬਰਾਂ। ਜਰਮਨੀ ਬਦਲੇਗਾ ਵੀਜ਼ਾ ਨਿਯਮ, ਭਾਰਤੀਆਂ ਨੂੰ ਮਿਲੇਗਾ ਫਾਇਦਾ। ਕੈਨੇਡਾ ਤੋਂ ਅੰਮ੍ਰਿਤਸਰ ਚੰਡੀਗੜ੍ਹ ਹਵਾਈ ਯਾਤਰਾ ਸ਼ੁਰੂ ਕਰਨ ਨੂੰ ਲੈ ਕੇ ਪੰਜਾਬੀਆਂ ਨੇ ਵਿੱਢੀ ਦਸਤਖਤ ਲਹਿਰ। ਅਮਰੀਕੀ ਰਾਸ਼ਟਰਪਤੀ ਤੇ ਲੱਗੇ ਗੰਭੀਰ ਦੋਸ਼। ਅਸੀਂ ਇਜ਼ਰਾਈਲ ਦਾ ਸਮਰਥਨ ਕਰਨਾ ਜਾਰੀ ਰੱਖਾਂਗੇ, ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ ਦਾ ਬਿਆਨ। ਕੈਨੇਡਾ 'ਚ ਪੰਜਾਬੀ ਵਿਦਿਆਰਥਣ ਦੀ ਭੇਦ ਭਰੀ ਹਾਲਤ ਵਿੱਚ ਮੌਤ। ਮੁੜ ਆਈ ਕੈਨੇਡਾ ਤੋਂ ਦੁੱਖ ਭਰੀ ਖਬਰ, 21 ਸਾਲਾ ਸਿੱਖ ਲੜਕੀ ਦਾ ਗੋਲੀਆਂ ਮਾਰ ਕੇ ਕਤਲ। ਗੰਭੀਰ ਬਿਮਾਰੀ ਦੀਆਂ ਅਟਕਲਾਂ ਦੌਰਾਨ ਰੂਸ ਦੇ ਰਾਸ਼ਟਰਪਤੀ ਪੁਤਿਨ ਦੇ ਨਾਲ ਵਾਪਰੀ ਘਟਨਾ, ਰੀੜ੍ਹ ਦੀ ਹੱਡੀ ਕੋਲ ਲੱਗੀ ਸੱਟ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਹੋਰ ਖਬਰਾਂ। ਦੁਨੀਆ ਦੀ 5ਵੀਂ ਸਭ ਤੋਂ ਵੱਡੀ ਅਰਥ ਵਿਵਸਥਾ ਜਰਮਨੀ ਹੁਨਰਮੰਦ ਪ੍ਰਵਾਸੀਆਂ ਦੀ ਭਾਲ ਕਰ ਰਹੀ ਹੈ। ਜਰਮਨ ਸਰਕਾਰ ਹੁਨਰਮੰਦ ਪੇਸ਼ੇਵਰਾਂ ਦੇ ਲਈ ਆਪਣੇ ਦਰਵਾਜ਼ੇ ਖੋਲ੍ਹਣ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ, ਜੋ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾ ਸਕਦੇ ਨੇ। ਇਸ ਦਿਸ਼ਾ ਦੇ ਵਿੱਚ ਨਵੰਬਰ ਦੇ ਆਖਰੀ ਹਫ਼ਤੇ 'ਚ ਭਾਰਤ ਸਮੇਤ ਹੋਰ ਦੇਸ਼ਾਂ ਦੇ ਹੁਨਰਮੰਦ ਕਾਮਿਆਂ ਦੇ ਇਮੀਗ੍ਰੇਸ਼ਨ ਨਿਯਮਾਂ ਦੇ ਵਿੱਚ ਸੁਧਾਰ ਕਰਨ ਦੇ ਲਈ ਇੱਕ ਖਰੜਾ ਤਿਆਰ ਕੀਤਾ ਗਿਆ ਹੈ। ਇਸ ਖਰੜੇ ਦੇ ਵਿੱਚ ਪ੍ਰਵਾਸੀਆਂ ਨੂੰ ਨਾਗਰਿਕਤਾ ਦੇਣ ਦੇ ਲਈ ਜਰਮਨੀ 'ਚ ਘੱਟੋ-ਘੱਟ 8 ਸਾਲ ਦੀ ਰਿਹਾਇਸ਼ ਦੀ ਸ਼ਰਤ ਨੂੰ ਘਟਾ ਕੇ 5 ਸਾਲ ਕਰ ਦਿੱਤਾ ਗਿਆ। ਵੀਜ਼ਾ ਨਿਯਮ ਦੇ ਵਿੱਚ ਸੁਧਾਰ ਕਰਨ ਵਾਲੇ ਨਵੇਂ ਡਰਾਫਟ ਕਾਨੂੰਨ ਤੋਂ ਪ੍ਰਵਾਸੀ ਖੁਸ਼ ਨੇ। ਜਰਮਨ ਲੌਜਿਸਟਿਕਸ ਕੰਪਨੀ DHL ਦੀ ਸੱਤਿਆ ਇਸ ਨੇ ਕਿਹਾ ਕਿ ਮੈਂ ਇਸ ਡਰਾਫਟ ਨੂੰ ਲੈ ਕੇ ਉਤਸ਼ਾਹਿਤ ਹਾਂ। ਮੈਂ ਇੱਥੇ ਆਪਣੀ ਭਾਸ਼ਾ ਸਿੱਖਣ ਅਤੇ ਆਪਣੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਜਰਮਨ ਨਾਗਰਿਕਤਾ ਲੈਣਾ ਚਾਹੁੰਦੀ ਹਾਂ ਔਰ ਮੈਨੂੰ ਉਮੀਦ ਹੈ ਕਿ ਹੁਣ ਇਹ ਸੁਪਨਾ ਜਲਦੀ ਸੱਚ ਹੋਏਗਾ। ਪਿਛਲੇ ਦਿਨੀ ਕੈਨੇਡਾ ਵੱਲੋਂ ਭਾਰਤ ਨਾਲ ਕੀਤੇ ਹਵਾਈ ਸਫ਼ਰ ਸਮਝੌਤੇ ਵਿੱਚ ਪੰਜਾਬ ਦੇ ਕਿਸੇ ਵੀ ਏਅਰਪੋਰਟ ਨੂੰ ਨਾ ਜੋੜਨ ਨੂੰ ਲੈ ਕੇ ਪੰਜਾਬੀਆਂ ਨੇ ਕੈਨੇਡਾ ਸਰਕਾਰ ਦੇ ਵਿਦੇਸ਼ ਮੰਤਰੀ ਸੈਨ ਫਰੇਜ਼ਰ ਨੂੰ ਲਿਖਤੀ ਤੇ ਜ਼ੁਬਾਨੀ ਅਰਜ਼ੀਆਂ ਦਿੱਤੀਆਂ ਤੇ ਮੰਗ ਕੀਤੀ ਹੈ ਕਿ ਪੰਜਾਬੀਆਂ ਦੀ ਮੰਗ ਨੂੰ ਮੰਨਦੇ ਹੋਏ ਸ੍ਰੀ ਅੰਮ੍ਰਿਤਸਰ ਸਾਹਿਬ ਚੰਡੀਗੜ੍ਹ ਨੂੰ ਕੈਨੇਡਾ ਗਲਾਈ ਸਫ਼ਰ ਨਾਲ ਜੋੜਿਆ ਜਾਏ। ਇਸ ਮੰਗ ਨੂੰ ਲੈ ਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਵਿਦੇਸ਼ ਮੰਤਰੀ ਫਰੇਜ਼ਰ ਵੱਲੋਂ ਹੁਣ ਤੱਕ ਕੋਈ ਵੀ ਹੁੰਗਾਰਾ ਨਾ ਭਰਨ ਤੇ ਪੰਜਾਬੀਆਂ ਨੇ ਘਰ-ਘਰ ਤੋਂ ਦਸਤਖਤ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਤੇ ਦਸਤਖਤ ਮੁਹਿੰਮ ਰਾਹੀਂ ਉਹਨਾਂ ਸਰਕਾਰ ਨੂੰ ਪੰਜਾਬੀਆਂ ਦੀ ਮੰਗ ਪੂਰੀ ਕਰਨ ਦੀ ਅਪੀਲ ਕੀਤੀ ਹੈ। ਕੁਲਦੀਪ ਸਿੰਘ ਸ਼ਾਕੇ ਨੇ ਦੱਸਿਆ ਹੈ ਕਿ ਉਹਨਾਂ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਨੂੰ ਦੱਸਿਆ ਹੈ ਕਿ ਕੈਨੇਡਾ ਤੋਂ ਭਾਰਤ ਦਾ ਲੰਬਾ ਸਫ਼ਰ ਤੈਅ ਕਰਕੇ ਦਿੱਲੀ ਪਹੁੰਚਦੇ ਪੰਜਾਬੀਆਂ ਨੂੰ 6 ਤੋਂ 8 ਘੰਟੇ ਸੜਕ ਰਾਹੀਂ ਆਪਣੇ ਸੂਬੇ ਤੋਂ ਆਪਣੇ ਘਰ ਪਹੁੰਚਣ ਦੇ ਲਈ ਲੱਗਦੇ ਨੇ ਤੇ ਅੱਗੇ ਆ ਰਹੇ ਮਾੜੇ ਮੌਸਮ ਕਾਰਨ ਵੱਡੇ ਹਾਦਸੇ ਹੁੰਦੇ ਰਹਿੰਦੇ ਨੇ। ਇਸ ਲਈ ਉਹਨਾਂ ਨੇ ਇਹ ਯੋਗ ਮੰਗ ਨੂੰ ਪੂਰਾ ਕਰਨ ਦੀ ਬੇਨਤੀ ਕੀਤੀ ਹੈ। ਭਾਰਤੀ ਭਾਈਚਾਰਾ ਅਮਰੀਕੀ ਮੀਡੀਆ ਵਿੱਚ ਛਾਇਆ ਰਹਿੰਦਾ ਹੈ। ਅਮਰੀਕਾ ਦੇ ਪ੍ਰਮੁੱਖ ਮੀਡੀਆ ਅਦਾਰੇ ਵਿੱਚ 1 ਦਰਜਨ ਤੋਂ ਵੱਧ ਵੈਬਸਾਈਟਸ ਭਾਰਤੀਆਂ ਨਾਲ ਜੁੜੇ ਮੁੱਦਿਆਂ ਨੂੰ ਕਵਰ ਕਰਦੇ ਨੇ। ਦੂਜੇ ਪਾਸੇ ਭਾਰਤੀਆਂ ਨੂੰ ਮੀਡੀਆ ਵਿੱਚ ਖਾਸੀ ਕਵਰੇਜ ਮਿਲਣ ਕਾਰਨ ਅਮਰੀਕਾ ਦਾ ਕੱਟੜਪੰਥੀ ਤਬਕਾ ਚਿੜ ਗਿਆ। ਇਸ ਦੇ ਇੱਕ ਧੜੇ ਨੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਭਾਰਤੀਆਂ ਨੂੰ ਸਪੈਸ਼ਲ ਟ੍ਰੀਟਮੈਂਟ ਦੇ ਰਹੇ ਨੇ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਐਤਵਾਰ ਨੂੰ ਕਿਹਾ ਕਿ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਮਤਭੇਦਾਂ ਦੇ ਬਾਵਜੂਦ ਅਮਰੀਕਾ ਇਜ਼ਰਾਈਲ ਦਾ ਸਮਰਥਨ ਕਰਨ ਤੋਂ ਪਿੱਛੇ ਨਹੀਂ ਹਟੇਗਾ। ਖੱਬੇ ਪੱਖੀ ਸਮੂਹ ਨਾਲ ਗੱਲ ਕਰਦੇ ਹੋਏ ਬਲਿੰਕਨ ਨੇ ਕਿਹਾ ਕਿ ਕੁਝ ਸੱਜੇ ਪੱਖੀਆਂ ਨੇ ਫਲਸਤੀਨੀਆਂ ਤੇ ਈਰਾਨ ਪ੍ਰਤੀ ਬਹੁਤ ਜ਼ਿਆਦਾ ਹਮਦਰਦ ਰੱਖਣ ਦਾ ਦੋਸ਼ ਲਗਾਇਆ। ਉਹਨਾਂ ਨੇ ਕਿਹਾ ਕਿ ਅਮਰੀਕਾ ਇਜ਼ਰਾਈਲ ਦਾ ਪੱਕਾ ਮਿੱਤਰ ਬਣਿਆ ਰਹੇਗਾ, ਭਾਵੇਂ ਕਿ ਅਸੀਂ ਉਹਨਾਂ ਮੁੱਦਿਆਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਦਾ ਨੇਤਨਯਾਹੂ ਨੇ ਵਿਰੋਧ ਕੀਤਾ ਹੈ, ਜਿਵੇਂ ਕਿ ਇਜ਼ਰਾਈਲ ਫਲਸਤੀਨ ਸੰਘਰਸ਼ ਦਾ ਹੱਲ ਅਤੇ ਰੁਕੇ ਹੋਏ 2015 ਈਰਾਨ ਪਰਮਾਣੂ ਸਮਝੌਤੇ ਦੀ ਬਹਾਲੀ। ਉਹਨਾਂ ਨੇ ਕਿਹਾ ਕਿ ਸਾਡੇ ਦੇਸ਼ ਅਤੇ ਦੁਨੀਆ ਭਰ ਦੇ ਲੋਕਾਂ ਦੀ ਹੋਈ ਅਮਰੀਕਾ ਇਜ਼ਰਾਈਲ ਸਾਂਝੇਦਾਰੀ ਅਤੇ ਹੋਰ ਇੱਕ ਪਹਿਲਾਂ ਲਈ ਅਮਰੀਕਾ ਹਮੇਸ਼ਾ ਇਜ਼ਰਾਈਲ ਦੀ ਸੁਰੱਖਿਆ ਲਈ ਵਚਨਬੱਧ ਰਹੇਗਾ। ਇਹ ਇੱਕ ਅਜਿਹੀ ਵਚਨਬੱਧਤਾ ਹੈ ਜੋ ਅੱਜ ਤੋਂ ਪਹਿਲਾਂ ਕਦੇ ਇੰਨੀ ਮਜ਼ਬੂਤ ਨਹੀਂ ਸੀ। ਬਲਿੰਕਨ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦਾ ਪ੍ਰਸ਼ਾਸਨ ਨੇਤਨਯਾਹੂ ਦੀ ਸਰਕਾਰ ਨਾਲ ਉਹਨਾਂ ਦੀਆਂ ਨੀਤੀਆਂ ਦੇ ਆਧਾਰ ਤੇ ਗੱਲਬਾਤ ਕਰੇਗਾ, ਨਾ ਕਿ ਨਿੱਜੀ ਆਧਾਰ ਤੇ। ਪੰਜਾਬ ਤੋਂ ਕੈਨੇਡਾ ਵਿੱਚ ਵਿਦਿਆਰਥੀ ਵੀਜ਼ਾ ਤੇ ਆਈ ਇਸ਼ਨੀਤ ਕੌਰ ਦੀ ਭੇਦ ਭਰੀ ਹਾਲਤ ਵਿੱਚ ਮੌਤ ਹੋ ਜਾਣ ਦੀ ਖਬਰ ਤੋਂ ਬਾਅਦ ਹਰ ਪਾਸੇ ਦੁੱਖ ਦਾ ਮਾਹੌਲ ਹੈ। ਇਸ਼ਨੀਤ ਕੌਰ 5 ਸਾਲ ਪਹਿਲਾਂ ਕੈਨੇਡਾ 'ਚ ਵਿਦਿਆਰਥੀ ਵੀਜ਼ਾ ਤੇ ਆਈ ਸੀ ਅਤੇ
ਟੋਰਾਂਟੋ ਦੇ ਸ਼ਹਿਰ ਬੈਰੀ ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਰਕ ਪਰਮਿਟ ਹਾਸਲ ਕਰ ਚੁੱਕੀ ਸੀ। ਕੁਝ ਮਹੀਨਿਆਂ ਤੱਕ ਹੀ ਇਸ਼ਮੀਤ ਕੌਰ ਨੂੰ ਪੀਆਰ ਵੀ ਮਿਲਣ ਵਾਲੀ ਸੀ ਕਿ ਇਹ ਭਾਣਾ ਵਾਪਰ ਗਿਆ। ਮਿਲੀ ਜਾਣਕਾਰੀ ਦੇ ਅਨੁਸਾਰ ਬੀਤੀ ਰਾਤ ਕੁਝ ਦਿਨ ਪਹਿਲਾਂ ਇਸ਼ਮੀਤ ਦੀ ਲਾਸ਼ ਉਸਦੀ ਕਾਰ ਦੀ ਡਰਾਈਵਰ ਸੀਟ ਤੇ ਪਾਈ ਗਈ। ਇਸ਼ਮੀਤ ਦੀ ਮੌਤ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ। ਕੈਨੇਡਾ ਤੋਂ ਆਏ ਦਿਨ ਪੰਜਾਬੀਆਂ ਦੀਆਂ ਮੌਤ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਇਸੇ ਕੜੀ ਤਹਿਤ ਇੱਕ ਹੋਰ ਖਬਰ ਕੈਨੇਡਾ ਦੇ ਬਰੈਂਪਟਨ ਸ਼ਹਿਰ ਤੋਂ ਸਾਹਮਣੇ ਆਈ ਹੈ, ਜਿੱਥੇ 21 ਸਾਲਾ ਕੈਨੇਡੀਅਨ ਸਿੱਖ ਲੜਕੀ ਪਵਨਪ੍ਰੀਤ ਕੌਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪੀਲ ਰੀਜਨਲ ਪੁਲਿਸ ਦੇ ਮੁਤਾਬਕ ਇਹ ਘਟਨਾ 3 ਦਸੰਬਰ ਨੂੰ ਰਾਤ 10:40 ਦੇ ਕਰੀਬ ਕ੍ਰੈਡਿਟ ਵਿਊ ਰੋਡ ਅਤੇ ਬ੍ਰਿਟਾਨੀਆ ਰੋਡ ਨੇੜੇ ਗੈਸ ਸਟੇਸ਼ਨ ਤੇ ਵਾਪਰੀ। ਪਵਨਪ੍ਰੀਤ ਕੌਰ ਬਰੈਂਪਟਨ ਦੀ ਵਸਨੀਕ ਸੀ। ਪੁਲਿਸ ਨੇ ਕਿਹਾ ਕਿ ਗੈਸ ਸਟੇਸ਼ਨ ਦੀ ਕਰਮਚਾਰੀ ਪਵਨਪ੍ਰੀਤ ਕੌਰ ਨੂੰ ਕਈ ਗੋਲੀਆਂ ਮਾਰੀਆਂ ਗਈਆਂ ਤੇ ਡਾਕਟਰੀ ਸਹਾਇਤਾ ਦੇ ਬਾਵਜੂਦ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ। ਹੋਮਿਸਾਈਡ ਯੂਨਿਟ ਨੇ ਜਾਂਚ ਆਪਣੇ ਹੱਥ ਵਿੱਚ ਲੈ ਲਈ ਹੈ। ਅਧਿਕਾਰੀ ਇੱਕ ਪੁਰਸ਼ ਸ਼ੱਕੀ ਦੀ ਭਾਲ ਕਰ ਰਹੇ ਨੇ, ਜਿਸ ਨੂੰ ਕਾਲੇ ਕੱਪੜੇ ਅਤੇ ਦਸਤਾਨੇ ਪਾਏ ਹੋਏ ਦੇਖਿਆ ਗਿਆ। ਪੁਲਿਸ ਨੇ ਇਸ ਘਟਨਾ ਨੂੰ ਟਾਰਗੇਟਡ ਘਟਨਾ ਦੱਸਦਿਆਂ ਕਤਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਵਾਰਦਾਤ ਵਾਲੀ ਥਾਂ ਤੋਂ ਕੋਈ ਹਥਿਆਰ ਬਰਾਮਦ ਨਹੀਂ ਹੋਇਆ। ਰੂਸ ਦੇ 70 ਸਾਲਾ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਸਿਹਤ ਨੂੰ ਲੈ ਕੇ ਕਾਫੀ ਅਟਕਲਾਂ ਲਗਾਈਆਂ ਜਾ ਰਹੀਆਂ ਨੇ। ਕੁਝ ਵਿੱਚ ਉਹਨਾਂ ਨੂੰ ਕੈਂਸਰ ਤੋਂ ਪੀੜਤ ਦੱਸਿਆ ਗਿਆ, ਜਿਸ ਦੀ ਕ੍ਰੈਮਲਿਨ ਵੱਲੋਂ ਪੁਸ਼ਟੀ ਜਾਂ ਇਨਕਾਰ ਨਹੀਂ ਕੀਤਾ ਗਿਆ। ਹੁਣ ਹਾਲ ਹੀ ਦੀਆਂ ਮੀਡੀਆ ਰਿਪੋਰਟਾਂ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਪੁਤਿਨ ਮਾਸਕੋ ਸਥਿਤ ਆਪਣੀ ਸਰਕਾਰੀ ਰਿਹਾਇਸ਼ ਦੀਆਂ ਪੌੜੀਆਂ ਤੋਂ ਫਿਸਲ ਗਏ। ਦੱਸਿਆ ਜਾ ਰਿਹਾ ਕਿ ਉਹਨਾਂ ਦੀ ਰੀੜ੍ਹ ਦੀ ਹੱਡੀ ਦੇ ਕੋਲ ਸੱਟ ਲੱਗੀ ਹੈ। ਜਦੋਂ ਪੁਤਿਨ ਪੌੜੀਆਂ ਤੋਂ ਫਿਸਲੇ ਤਾਂ ਉਹ 5 ਕਦਮ ਉੱਪਰ ਸੀ। ਉਹ ਪਿੱਛੇ ਨੂੰ ਡਿੱਗੇ, ਜਿਸ ਕਾਰਨ ਉਹਨਾਂ ਦੀ ਰੀੜ੍ਹ ਦੀ ਹੱਡੀ ਤੇ ਸੱਟ ਲੱਗ ਗਈ। ਨਿਊਯਾਰਕ ਪੋਸਟ ਨੇ ਇੱਕ ਟੈਲੀਗ੍ਰਾਫ ਚੈਨਲ ਦੇ ਹਵਾਲੇ ਨਾਲ ਕਿਹਾ ਕਿ ਵਲਾਦੀਮੀਰ ਪੁਤਿਨ ਆਪਣੀ ਟੇਲਬੋਨ ਵਾਲੀ ਸਾਈਡ ਤੋਂ ਹੇਠਾਂ ਡਿੱਗ ਗਏ। ਜ਼ਿਕਰਯੋਗ ਹੈ ਕਿ ਯੂਕਰੇਨ ਦੇ ਫੌਜ ਖੂਫੀਆ ਮੁਖੀ ਨੇ ਦਾਅਵਾ ਕੀਤਾ ਸੀਗਾ ਕਿ ਪੁਤਿਨ ਗੰਭੀਰ ਬਿਮਾਰ ਨੇ ਅਤੇ ਬਾਹਰੀ ਦੁਨੀਆ ਨੂੰ ਸਧਾਰਨ ਦਿਖਾਈ ਦੇਣ ਦੇ ਲਈ ਆਪਣੇ ਬੋਡੀ ਡਬਲਸ ਦੀ ਵਰਤੋਂ ਕਰ ਰਹੇ ਨੇ। ਅਮਰੀਕਾ 'ਚ ਦਿਨੀ ਬੇਬੀ ਫੀਡ ਦੀ ਭਾਰੀ ਕਮੀ ਹੋ ਗਈ ਹੈ। ਦੁਕਾਨਾਂ ਤੇ ਬੇਬੀ ਫੀਡ ਨਹੀਂ ਮਿਲ ਰਹੀ। ਛੋਟੇ ਬੱਚਿਆਂ ਦੀਆਂ ਮਾਵਾਂ ਬੇਬੀ ਫੀਡ ਦੀ ਭਾਲ ਦੇ ਲਈ ਇੱਧਰ-ਉੱਧਰ ਘੁੰਮ ਰਹੀਆਂ ਨੇ। ਜਿਨ੍ਹਾਂ ਸਟੋਰਾਂ ਤੇ ਇਹ ਬੇਬੀ ਫੀਡ ਮਿਲ ਰਿਹਾ, ਉੱਥੇ ਵੀ ਗਾਹਕ ਨੂੰ ਇੱਕ ਤੋਂ ਵੱਧ ਡੱਬੇ ਨਹੀਂ ਦਿੱਤੇ ਜਾ ਰਹੇ। ਬਾਈਡਨ ਸਰਕਾਰ ਇਸ ਨਵੀਂ ਸਮੱਸਿਆ ਦਾ ਹੱਲ ਲੱਭਣ ਦੇ ਲਈ ਸੰਘਰਸ਼ ਕਰ ਰਹੀ ਹੈ। ਅਜਿਹਾ ਹੋਇਆ ਕਿ ਲਗਭਗ 10 ਮਹੀਨੇ ਪਹਿਲਾਂ ਦੇਸ਼ ਦੀ ਸਭ ਤੋਂ ਵੱਡੀ ਬੇਬੀ ਫੀਡ ਨਿਰਮਾਤਾ ਨੇ ਆਪਣੇ ਉਤਪਾਦ ਨੂੰ ਦੇਸ਼ ਭਰ ਦੇ ਸਟੋਰਾਂ ਤੋਂ ਵਾਪਸ ਬੁਲਾ ਲਿਆ ਅਤੇ ਆਪਣੇ ਉਤਪਾਦ ਵਿੱਚ ਨੁਕਸ ਪਾਏ ਜਾਣ ਤੋਂ ਬਾਅਦ ਆਪਣੇ ਮਿਸ਼ੀਗਨ ਪਲਾਂਟ ਵਿੱਚ ਉਤਪਾਦਨ ਬੰਦ ਕਰ ਦਿੱਤਾ। ਫੈਕਟਰੀ ਵਿੱਚ ਬੇਬੀ ਫੀਡ ਦਾ ਉਤਪਾਦਨ ਬੰਦ ਹੋਣ ਤੋਂ ਬਾਅਦ ਬਾਜ਼ਾਰ ਵਿੱਚ ਭਾਰੀ ਘਾਟ ਆ ਗਈ ਹੈ ਅਤੇ ਘਰਾਂ 'ਚ ਮਾਵਾਂ ਆਪਣੇ ਛੋਟੇ ਬੱਚਿਆਂ ਨੂੰ ਕੁਝ ਹੋਰ ਖਿਲਾ ਕੇ ਉਹਨਾਂ ਦਾ ਪੇਟ ਨਹੀਂ ਭਰ ਪਾ ਰਹੀਆਂ। ਬੇਬੀ ਫੀਡ ਨਾ ਮਿਲਣ ਕਾਰਨ ਬੱਚੇ ਰੋ ਰਹੇ ਨੇ, ਜਿਸ ਕਾਰਨ ਮਾਵਾਂ ਹੋਰ ਚਿੰਤਤ ਹੋ ਗਈਆਂ ਨੇ। ਸਥਿਤੀ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਬੇਬੀ ਫੀਡ ਨਾ ਮਿਲਣ ਕਾਰਨ ਕਈ ਬੱਚਿਆਂ ਨੂੰ ਕੁਪੋਸ਼ਣ ਕਾਰਨ ਹਸਪਤਾਲਾਂ ਦੇ ਵਿੱਚ ਵੀ ਦਾਖਲ ਕਰਵਾਉਣਾ ਪਿਆ। ਕੈਲੀਫੋਰਨੀਆ 'ਚ ਅਮਰੀਕੀ ਕਾਂਗਰਸ ਦੇ 13ਵੇਂ ਡਿਸਟ੍ਰਿਕਟ ਤੋਂ ਰਿਪਬਲਿਕ ਉਮੀਦਵਾਰ ਜੋਹਨ ਡੂਟੇ ਚੋਣ ਜਿੱਤ ਗਏ ਨੇ। ਉਹਨਾਂ ਦੇ ਵਿਰੋਧੀ ਡੈਮੋਕ੍ਰੈਟਿਕ ਉਮੀਦਵਾਰ ਐਡਮ ਗੈਰੀ ਨੇ ਹਾਰ ਸਵੀਕਾਰ ਕਰ ਲਈ ਹੈ। ਗੈਰੀ ਨੇ ਇੱਕ ਬਿਆਨ 'ਚ ਕਿਹਾ ਕਿ ਮੈਂ ਨਤੀਜਾ ਆਪਣੇ ਹੱਕ 'ਚ ਆਉਣ ਦੀ ਆਸ ਰੱਖਦਾ ਸੀ, ਪਰ ਜੋ ਨਤੀਜਾ ਆਇਆ ਉਸ ਨੂੰ ਮੈਂ ਸਵੀਕਾਰ ਕਰਦਾ ਹਾਂ ਤੇ ਜੋਹਨ ਡੂਟੇ ਨੂੰ ਵਧਾਈ ਦਿੰਦਾ ਹਾਂ। ਇਸ ਤਰ੍ਹਾਂ ਹੁਣ ਪ੍ਰਤੀਨਿਧ ਸਦਨ ਵਿੱਚ ਰਿਪਬਲਿਕਨਾਂ ਦੀਆਂ 222 ਸੀਟਾਂ ਹੋ ਗਈਆਂ ਨੇ, ਜਦਕਿ ਡੈਮੋਕ੍ਰੈਟਿਕ ਪਾਰਟੀ ਦੀਆਂ 213 ਸੀਟਾਂ ਨੇ। ਪਰੰਤੂ ਵਰਜੀਨੀਆ ਦੇ ਡੈਮੋਕ੍ਰੈਟਿਕ ਉਮੀਦਵਾਰ ਡੋਨਾਲਡ ਮੈਕਕਿਨਚੇ ਦੀ ਜਿੱਤ ਉਪਰੰਤ ਹਾਲ ਹੀ 'ਚ ਹੋਈ ਮੌਤ ਦੇ ਸਿੱਟੇ ਵਜੋਂ ਪਾਰਟੀ ਦੀਆਂ 212 ਸੀਟਾਂ ਰਹਿ ਗਈਆਂ। ਇਸ ਸੀਟ ਉੱਪਰ ਵਿਸ਼ੇਸ਼ ਚੋਣ ਪ੍ਰੋਗਰਾਮ ਐਲਾਨਣ ਉਪਰੰਤ ਚੋਣ ਹੋਏਗੀ। ਇੱਥੇ ਵੀ ਜ਼ਿਕਰਯੋਗ ਹੈ ਕਿ 2020 'ਚ 2022 ਦੇ ਉਲਟ ਨਤੀਜੇ ਆਏ ਸਨ। ਉਸ ਸਮੇਂ ਡੈਮੋਕ੍ਰੈਟਿਕ ਪਾਰਟੀ ਨੇ 222 ਤੇ ਰਿਪਬਲਿਕਨ ਪਾਰਟੀ ਨੇ 213 ਸੀਟਾਂ ਜਿੱਤੀਆਂ ਸਨ। ਯੂਕਰੇਨ ਅਤੇ ਰੂਸ ਵਿਚਾਲੇ ਜੰਗ ਬੇਰੋਕ ਜਾਰੀ ਹੈ। ਇਸ ਜੰਗ ਵਿੱਚ ਰੂਸ ਅਜੇ ਵੀ ਯੂਕਰੇਨ ਤੇ ਤਬਾਹੀ ਮਚਾ ਰਿਹਾ। ਇਸ ਜੰਗ ਨੂੰ ਲੈ ਕੇ ਪੱਛਮੀ ਦੇਸ਼ ਲਗਾਤਾਰ ਰੂਸ ਦੀ ਆਲੋਚਨਾ ਕਰ ਰਹੇ ਨੇ। ਇਸ ਦੇ ਨਾਲ ਹੀ ਅਮਰੀਕਾ ਨੇ ਇੱਕ ਵਾਰ ਫਿਰ ਰੂਸ ਤੇ ਨਿਸ਼ਾਨਾ ਸਾਧਿਆ। ਏਜੰਸੀ ਮੁਤਾਬਕ ਅਮਰੀਕੀ ਰੱਖਿਆ ਮੰਤਰੀ ਲਾਇਡ ਆਸਟਿਨ ਨੇ ਰੂਸ ਤੇ ਯੂਕਰੇਨ 'ਚ ਜੰਗ ਦੇ ਜ਼ਰੀਏ ਜਾਣਬੁੱਝ ਕੇ ਬੇਰਹਿਮੀ ਕਰਨ ਦਾ ਦੋਸ਼ ਲਗਾਇਆ। ਨਾਲ ਹੀ ਕਿਹਾ ਹੈ ਕਿ ਮਾਸਕੋ ਜਾਣਬੁੱਝ ਕੇ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਿਹਾ। ਅਮਰੀਕਾ ਦੇ ਰੱਖਿਆ ਮੰਤਰੀ ਲਾਇਡ ਆਸਟਿਨ ਨੇ ਸਿਮੀ ਵੈਲੀ ਕੈਲੀਫੋਰਨੀਆ 'ਚ ਰੀਗਨ ਨੈਸ਼ਨਲ ਡਿਫੈਂਸ ਫੋਰਮ ਦੀ ਮੀਟਿੰਗ 'ਚ ਕਿਹਾ ਕਿ ਰੂਸ ਨੇ ਬਾਰ-ਬਾਰ ਯੂਕਰੇਨ ਉੱਤੇ ਹਮਲਾ ਕੀਤਾ। ਰੂਸੀ ਹਮਲਿਆਂ ਵਿੱਚ ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਕਈ ਸਕੂਲ ਤਬਾਹ ਹੋ ਚੁੱਕੇ ਨੇ, ਹਸਪਤਾਲ ਖੰਡਰ ਬਣ ਚੁੱਕੇ ਨੇ।
ਆਸਟਿਨ ਨੇ ਕਿਹਾ ਹੈ ਕਿ ਰੂਸ ਜਾਣ-ਬੁੱਝ ਕੇ ਯੂਕਰੇਨ ਦੇ ਨਾਗਰਿਕਾਂ ਨੂੰ ਬੇਰਹਿਮੀ ਦੇ ਨਾਲ ਨਿਸ਼ਾਨਾ ਬਣਾ ਰਿਹਾ। ਭਾਰਤ ਸਰਕਾਰ ਨੇ ਅਮਰੀਕਾ ਵਿੱਚ ਭਾਰਤੀ ਸਫੀਰ ਤਰਨਜੀਤ ਸਿੰਘ ਸੰਧੂ ਦੇ ਕਾਰਜਕਾਲ ਵਿੱਚ 1 ਸਾਲ ਲਈ ਵਾਧਾ ਕਰ ਦਿੱਤਾ। ਹੁਣ ਉਹਨਾਂ ਦਾ ਕਾਰਜਕਾਲ ਜਨਵਰੀ 2024 ਦੇ ਅੰਤ ਵਿੱਚ ਸਮਾਪਤ ਹੋਏਗਾ। ਪਹਿਲਾਂ ਉਹਨਾਂ ਨੇ ਜਨਵਰੀ 2023 ਵਿੱਚ ਸੇਵਾ ਮੁਕਤ ਹੋਣਾ ਸੀ। ਕੈਨੇਡਾ 'ਚ ਭਾਰਤੀਆਂ ਸਣੇ ਨਵੇਂ ਆਏ ਪ੍ਰਵਾਸੀਆਂ ਨੂੰ ਬਰੈਂਪਟਨ ਵਿੱਚ ਫ੍ਰੀ ਝੂਟੇ ਮਿਲਣਗੇ, ਕਿਉਂਕਿ ਬਰੈਂਪਟਨ ਸਿਟੀ ਨੇ ਨਿਊ ਕਮਰਸ ਦੇ ਲਈ ਫ੍ਰੀ ਬੱਸ ਟੂਰ ਦੀ ਪੇਸ਼ਕਸ਼ ਕੀਤੀ ਹੈ। 1 ਜਨਵਰੀ 2019 ਤੋਂ ਬਾਅਦ ਬਰੈਂਪਟਨ ਵਿੱਚ ਆਏ ਪ੍ਰਵਾਸੀ ਬਰੈਂਪਟਨ ਟ੍ਰਾਂਜ਼ਿਟ ਰਾਹੀਂ ਸ਼ਹਿਰ ਦੀਆਂ ਮਹੱਤਵਪੂਰਨ ਥਾਵਾਂ ਤੇ ਮੁਫਤ ਵਿੱਚ ਟੂਰ ਦਾ ਆਨੰਦ ਮਾਣ ਸਕਦੇ ਨੇ। ਪ੍ਰਸਿੱਧ ਕੰਪਨੀ ਵੌਕਸਵੈਗਨ ਨੇ ਕੈਨੇਡਾ ਦੀ ਮਾਰਕੀਟ ਵਿੱਚ ਵਿਕਰੀਆਂ ਆਪਣੀਆਂ 3700 ਤੋਂ ਵੱਧ ਇਲੈਕਟ੍ਰਿਕ ਗੱਡੀਆਂ ਗਾਹਕਾਂ ਕੋਲੋਂ ਵਾਪਸ ਮੰਗਵਾ ਲਈਆਂ ਨੇ। ਕੰਪਨੀ ਨੇ ਸੰਭਾਵਿਤ ਹਾਦਸੇ ਦੇ ਖਤਰੇ ਨੂੰ ਮੱਦੇਨਜ਼ਰ ਦੇਖਦਿਆਂ ਇਹ ਕਦਮ ਚੁੱਕਿਆ। ਕੈਨੇਡਾ 'ਚ ਸਾਲ 2021 ਵਿੱਚ ਹੀ 10,000 ਤੋਂ ਵੱਧ ਲੋਕਾਂ ਨੇ ਇੱਛਾ ਮੌਤ ਦੇ ਜ਼ਰੀਏ ਆਪਣੀ ਜਾਨ ਦਿੱਤੀ। ਇਹ ਕੈਨੇਡਾ 'ਚ ਪੂਰੇ ਸਾਲ ਦੌਰਾਨ ਹੋਈਆਂ ਕੁੱਲ ਮੌਤਾਂ ਦਾ 3% ਤੋਂ ਵੱਧ ਹੈ। ਹੁਣ 4 ਮਹੀਨਿਆਂ ਬਾਅਦ ਮਾਰਚ 2023 'ਚ ਮਾਨਸਿਕ ਤੌਰ ਤੇ ਬਿਮਾਰ ਲੋਕਾਂ ਨੂੰ ਵੀ ਕਾਨੂੰਨ ਮੁਤਾਬਕ ਮਰਨ ਦੀ ਆਗਿਆ ਦਿੱਤੀ ਜਾਏਗੀ। ਇਸ ਤਹਿਤ ਨਾਬਾਲਗਾਂ ਨੂੰ ਵੀ ਇੱਛਾ ਮੌਤ ਦਾ ਅਧਿਕਾਰ ਦਿੱਤਾ ਜਾਏਗਾ। ਇੰਨੀ ਵੱਡੀ ਗਿਣਤੀ ਵਿੱਚ ਇੱਛਾ ਮੌਤ ਦੇ ਕਾਰਨ ਬਾਰੇ 'ਚ ਦ ਡੀਪ ਪਲੇਸ ਏ ਮੈਮੋਇਰ ਆਫ ਇਲਨੈਸ ਐਂਡ ਡਿਸਕਵਰੀ ਦੇ ਲੇਖਕ ਰੌਸ ਡੌਥਟ ਕਹਿੰਦੇ ਨੇ ਕਿ ਜਦੋਂ 1 ਸਾਲ ਵਿੱਚ 10,000 ਲੋਕ ਇਨਥਾਈਨਸ ਕਰ ਰਹੇ ਨੇ ਤਾਂ ਇੱਛਾ ਮੌਤ ਦੀ ਆਗਿਆ ਕਿਸੇ ਵੀ ਸਿਵਲ ਸਮਾਜ ਦੀ ਨਿਸ਼ਾਨੀ ਨਹੀਂ ਮੰਨੀ ਨਹੀਂ ਜਾਂਦੀ, ਸਗੋਂ ਇਹ ਦਹਿਸ਼ਤ ਦਾ ਸੂਬਾ ਬਣ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਹਾਲਾਂਕਿ ਦੇਸ਼ ਦੇ ਜ਼ਿਆਦਾਤਰ ਲੋਕ ਇੱਛਾ ਮੌਤ ਦੀ ਆਗਿਆ ਦੇਣ ਦੇ ਸਮਰਥਨ 'ਚ ਨੇ, ਉਹਨਾਂ ਦਾ ਮੰਨਣਾ ਹੈ ਕਿ ਇੱਜ਼ਤ ਨਾਲ ਜਿਉਣ ਦੇ ਨਾਲ-ਨਾਲ ਇੱਜ਼ਤ ਨਾਲ ਮਰਨਾ ਵੀ ਮਨੁੱਖ ਦਾ ਅਧਿਕਾਰ ਹੈ। ਐਸੋਸੀਏਟਿਡ ਪ੍ਰੈਸ ਦੀ ਮਾਰੀਆ ਚਿੰਗ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਹੈ ਕਿ ਕੈਨੇਡਾ 'ਚ ਸਿਹਤ ਕਰਮਚਾਰੀ ਉਹਨਾਂ ਲੋਕਾਂ ਨੂੰ ਵੀ ਇੱਛਾ ਮੌਤ ਦੀ ਸਲਾਹ ਦੇ ਰਹੇ ਨੇ ਜੋ ਆਰਥਿਕ ਤੰਗੀ ਤੋਂ ਪਰੇਸ਼ਾਨ ਨੇ ਤੇ ਖੁਦਕੁਸ਼ੀ ਕਰਨ ਬਾਰੇ ਸੋਚਣ ਲੱਗੇ ਨੇ। ਰੌਸ ਡੌਥਟ ਨੇ ਕਿਹਾ ਕਿ ਇਹ ਇੱਕ ਅੰਦਰੂਨੀ ਵਿਨਾਸ਼ਕਾਰੀ ਵਿਚਾਰ ਹੈ। ਜੇਕਰ ਇਸ ਨੂੰ ਇਸੇ ਤਰ੍ਹਾਂ ਹੀ ਛੱਡ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ 'ਚ ਇੱਕ ਅਜਿਹਾ ਸਮਾਜ ਸਿਰਜੇਗਾ ਜਿੱਥੇ ਲੋਕ ਮੌਤ ਨੂੰ ਬਿਹਤਰ ਸਮਝਣ ਲੱਗ ਜਾਣਗੇ ਤੇ ਇਹ ਮਨੁੱਖਤਾ ਦਾ ਆਖਰੀ ਅਧਿਆਇ ਹੋਏਗਾ। ਪੰਜਾਬੀ ਯੂਕੇ ਵਿੱਚ ਚੌਥੀ ਮੁੱਖ ਭਾਸ਼ਾ ਹੈ, ਜਦੋਂ ਕਿ ਸਿੱਖ ਚੌਥਾ ਸਭ ਤੋਂ ਵੱਡਾ ਧਾਰਮਿਕ ਭਾਈਚਾਰਾ ਹੈ। 2011 ਦੀ ਮਰਦਸ਼ੁਮਾਰੀ ਵਿੱਚ ਅੰਗਰੇਜ਼ੀ ਅਤੇ ਪੋਲਿਸ਼ ਤੋਂ ਬਾਅਦ ਪੰਜਾਬੀ ਤੀਜੇ ਸਥਾਨ ਤੇ ਸੀ, ਪਰ ਰੋਮਾਨੀਆ ਦੁਆਰਾ ਇਸ ਸਥਿਤੀ ਨੂੰ ਬਦਲ ਦਿੱਤਾ ਗਿਆ। 2021 ਦੀ ਮਰਦਸ਼ੁਮਾਰੀ ਦੇ ਅਨੁਸਾਰ, ਜਿਸ ਦਾ ਡੇਟਾ ਨੈਸ਼ਨਲ ਸਟੈਟਿਸਟਿਕਸ ਦੇ ਦਫ਼ਤਰ ਦੁਆਰਾ ਮੰਗਲਵਾਰ ਨੂੰ ਜਾਰੀ ਕੀਤਾ ਗਿਆ ਦੇ ਮੁਤਾਬਕ, ਅੰਗਰੇਜ਼ੀ ਤੋਂ ਇਲਾਵਾ ਸਭ ਤੋਂ ਆਮ ਮੁੱਖ ਭਾਸ਼ਾਵਾਂ ਪੋਲਿਸ਼, ਰੋਮਾਨੀਆ, ਪੰਜਾਬੀ ਅਤੇ ਉਰਦੂ ਨੇ। ਜਨਗਣਨਾ ਦੇ ਅੰਕੜਿਆਂ ਦੇ ਨਜ਼ਰ ਮਾਰੀਏ ਤਾਂ ਇਹ ਵੀ ਪਤਾ ਚੱਲਦਾ ਹੈ ਕਿ ਚੋਟੀ ਦੀਆਂ 10 ਭਾਸ਼ਾਵਾਂ ਵਿੱਚ ਉਰਦੂ, ਬੰਗਾਲੀ ਅਤੇ ਗੁਜਰਾਤੀ ਦੱਖਣੀ ਏਸ਼ੀਆ ਦੀਆਂ ਭਾਸ਼ਾਵਾਂ 'ਚ ਸ਼ਾਮਲ ਨੇ। ਹਿੰਦੀ ਉਹਨਾਂ 'ਚ ਸ਼ਾਮਲ ਨਹੀਂ ਹੈ। ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਅੰਗਰੇਜ਼ੀ ਨੂੰ ਛੱਡ ਕੇ ਪੰਜਾਬੀ ਅਤੇ ਉਰਦੂ ਤੀਜੀ ਅਤੇ ਚੌਥੀ ਸਭ ਤੋਂ ਆਮ ਭਾਸ਼ਾਵਾਂ ਦੋਵੇਂ ਦੱਖਣੀ ਏਸ਼ੀਆ ਤੋਂ ਉਪਜਦੀਆਂ ਨੇ। ਇਹ ਦੋਵੇਂ ਭਾਰਤ ਅਤੇ ਪਾਕਿਸਤਾਨ ਦੇ ਨਾਲ-ਨਾਲ ਦੱਖਣੀ ਏਸ਼ੀਆ ਵਿੱਚ ਹੋਰ ਕਿਤੇ ਵੀ ਵਿਆਪਕ ਤੌਰ ਤੇ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਨੇ। ਯੂਕੇ ਦੇ ਬੈਲਫਾਸਟ ਖੇਤਰ ਵਿੱਚ ਨਸਲੀ ਘੱਟ ਗਿਣਤੀਆਂ, ਜਿਨ੍ਹਾਂ ਵਿੱਚ ਭਾਰਤੀ ਵੀ ਸ਼ਾਮਲ ਨੇ, ਨਸਲਵਾਦ, ਅਲੱਗ-ਥਲੱਗ ਅਤੇ ਗਰੀਬੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਨੇ, ਜੋ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਜੀਵਨ ਵਿੱਚ ਉਹਨਾਂ ਦੀ ਭਾਗੀਦਾਰੀ ਨੂੰ ਪ੍ਰਭਾਵਿਤ ਕਰਦੇ ਨੇ। ਇਹ ਜਾਣਕਾਰੀ ਨਵੇਂ ਅਧਿਐਨ ਤੋਂ ਸਾਹਮਣੇ ਆਈ ਹੈ। ਬੈਲਫਾਸਟ ਹੈਲਥ ਐਂਡ ਸੋਸ਼ਲ ਕੇਅਰ ਟਰਸਟ ਅਤੇ ਪਬਲਿਕ ਹੈਲਥ ਦੇ ਨਾਲ ਸਾਂਝੇਦਾਰੀ ਵਿੱਚ ਬੈਲਫਾਸਟ ਸਿਟੀ ਕੌਂਸਲ ਦੁਆਰਾ ਕੀਤੇ ਗਏ ਇੱਕ ਅਧਿਐਨ 'ਚ ਕਾਲੇ ਏਸ਼ੀਆਈ ਅਤੇ ਘੱਟ ਗਿਣਤੀ ਨਸਲੀ ਭਾਈਚਾਰੇ ਦੇ 150 ਤੋਂ ਵੱਧ ਲੋਕਾਂ ਦੁਆਰਾ ਸਿੱਖਿਆ, ਰਿਹਾਇਸ਼, ਕੰਮ, ਨਾਗਰਿਕ ਅਤੇ ਰਾਜਨੀਤਿਕ ਭਾਗੀਦਾਰੀ ਦੇ ਖੇਤਰਾਂ 'ਚ ਅਸਮਾਨਤਾਵਾਂ ਪਾਈਆਂ ਗਈਆਂ। ਚੀਨੀ ਅਤੇ ਭਾਰਤੀ ਭਾਈਚਾਰੇ ਦਹਾਕਿਆਂ ਤੋਂ ਉੱਤਰੀ ਆਇਰਲੈਂਡ, ਯੂਕੇ ਵਿੱਚ ਰਹਿੰਦੇ ਨੇ ਅਤੇ ਹੁਣ ਸਭ ਤੋਂ ਵੱਡੀ ਦੂਜੀ ਅਤੇ ਤੀਜੀ ਪੀੜ੍ਹੀ ਦੀ ਪ੍ਰਵਾਸੀ ਆਬਾਦੀ ਦੀ ਨੁਮਾਇੰਦਗੀ ਕਰਦੇ ਨੇ। ਯੂਕੇ ਦੇ ਬੈਲਫਾਸਟ ਖੇਤਰ ਵਿੱਚ ਨਸਲੀ ਘੱਟ ਗਿਣਤੀਆਂ, ਜਿਨ੍ਹਾਂ ਵਿੱਚ ਭਾਰਤੀ ਵੀ ਸ਼ਾਮਲ ਨੇ, ਨਸਲਵਾਦ, ਅਲੱਗ-ਥਲੱਗ ਅਤੇ ਗਰੀਬੀ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਨੇ, ਜੋ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਜੀਵਨ ਵਿੱਚ ਉਹਨਾਂ ਦੀ ਭਾਗੀਦਾਰੀ ਨੂੰ ਪ੍ਰਭਾਵਿਤ ਕਰਦੇ ਨੇ। ਇਹ ਜਾਣਕਾਰੀ ਨਵੇਂ ਅਧਿਐਨ ਤੋਂ ਸਾਹਮਣੇ ਆਈ ਹੈ। ਬੈਲਫਾਸਟ ਹੈਲਥ ਐਂਡ ਸੋਸ਼ਲ ਕੇਅਰ ਟਰਸਟ ਅਤੇ ਪਬਲਿਕ ਹੈਲਥ ਦੇ ਨਾਲ ਸਾਂਝੇਦਾਰੀ ਵਿੱਚ ਬੈਲਫਾਸਟ ਸਿਟੀ ਕੌਂਸਲ ਦੁਆਰਾ ਕੀਤੇ ਗਏ ਇੱਕ ਅਧਿਐਨ 'ਚ ਕਾਲੇ ਏਸ਼ੀਆਈ ਅਤੇ ਘੱਟ ਗਿਣਤੀ ਨਸਲੀ ਭਾਈਚਾਰੇ ਦੇ 150 ਤੋਂ ਵੱਧ ਲੋਕਾਂ ਦੁਆਰਾ ਸਿੱਖਿਆ, ਰਿਹਾਇਸ਼, ਕੰਮ, ਨਾਗਰਿਕ ਅਤੇ ਰਾਜਨੀਤਿਕ ਭਾਗੀਦਾਰੀ ਦੇ ਖੇਤਰਾਂ 'ਚ ਅਸਮਾਨਤਾਵਾਂ ਪਾਈਆਂ ਗਈਆਂ।
ਉਹਨਾਂ ਨੇ ਦੱਸਿਆ ਕਿ ਚੀਨੀ ਅਤੇ ਭਾਰਤੀ ਭਾਈਚਾਰੇ ਦਹਾਕਿਆਂ ਤੋਂ ਉੱਤਰੀ ਆਇਰਲੈਂਡ ਯੂਕੇ ਵਿੱਚ ਰਹਿੰਦੇ ਨੇ ਅਤੇ ਹੁਣ ਸਭ ਤੋਂ ਵੱਡੀ ਦੂਜੀ ਅਤੇ ਤੀਜੀ ਪੀੜ੍ਹੀ ਦੀ ਪ੍ਰਵਾਸੀ ਆਬਾਦੀ ਦੀ ਨੁਮਾਇੰਦਗੀ ਕਰਦੇ ਨੇ। ਜੇ ਇਨਸਾਨ ਵਿੱਚ ਕੁਝ ਕਰ ਦਿਖਾਉਣ ਦਾ ਜਜ਼ਬਾ ਹੋਏ ਤਾਂ ਉਸ ਦੇ ਲਈ ਉਮਰ ਮਾਇਨੇ ਨਹੀਂ ਰੱਖਦੀ। ਨਿਊਜ਼ੀਲੈਂਡ ਵਿੱਚ ਰਹਿਣ ਵਾਲੇ 85 ਸਾਲਾ ਸਿੱਖ ਭਾਈਚਾਰੇ ਦੇ ਜਗਜੀਤ ਸਿੰਘ ਕਥੂਰੀਆ ਨੇ ਇਹ ਸਾਬਤ ਕਰਕੇ ਦਿਖਾਇਆ। ਉਮਰ ਨੂੰ ਇੱਕ ਪਾਸੇ ਤੇ ਰੱਖਦੇ ਹੋਏ ਜਿੱਥੇ ਵੀ ਮਾਸਟਰ ਖੇਡਾਂ ਹੁੰਦੀਆਂ ਨੇ ਉਹ ਉੱਥੇ ਪਹੁੰਚ ਜਾਂਦੇ ਨੇ। ਹੁਣ ਦੇਸ਼ ਦੀ ਰਾਜਧਾਨੀ ਵੈਲਿੰਗਟਨ ਵਿਖੇ ਖਤਮ ਹੋਈਆਂ ਮਾਸਟਰਸ ਟਰੈਕ ਐਂਡ ਫੀਲਡ ਵਿੱਚ ਫਿਰ ਆਪਣਾ ਗਲ ਤਗਮਿਆਂ ਦੇ ਨਾਲ ਭਰ ਲਿਆਏ ਨੇ ਔਰ ਉਹਨਾਂ ਨੇ ਪਹਿਲੇ ਦਿਨ ਸ਼ਾਰਟ ਪੁੱਟ ਅਤੇ ਟ੍ਰਿਪਲ ਜੰਪ ਵਿੱਚ 2 ਸੋਨੇ ਦੇ ਤਮਗੇ ਅਤੇ ਹੈਮਰ ਥਰੋ ਇੱਕ ਚਾਂਦੀ ਦਾ ਤਮਗਾ ਜਿੱਤਿਆ। ਦੂਜੇ ਦਿਨ ਉਹਨਾਂ ਨੇ 100 ਮੀਟਰ ਦੌੜ ਦੇ ਵਿੱਚ ਇੱਕ ਸੋਨੇ ਦਾ ਤਮਗਾ ਜਿੱਤਿਆ ਅਤੇ 5 ਤਰ੍ਹਾਂ ਕਾਰ ਦੀ ਥਰੋ 60 ਮੀਟਰ ਦੌੜ ਵਿੱਚ 6 ਸਿਲਵਰ ਦੇ ਤਮਗੇ ਜਿੱਤੇ। ਇਸੇ ਤਰ੍ਹਾਂ 2 ਦਿਨਾਂ ਦੇ ਵਿੱਚ ਉਹਨਾਂ ਨੇ 3 ਸੋਨੇ ਦੇ 7 ਚਾਂਦੀ ਦੇ ਤਮਗੇ ਜਿੱਤੇ ਤੇ ਭਾਰਤੀ ਕਮਿਊਨਿਟੀ ਦਾ ਨਾਮ ਰੌਸ਼ਨ ਕੀਤਾ। ਕਥੂਰੀਆ ਸਾਹਿਬ ਨੂੰ ਜੇ ਕਹਿਣਾ ਪੈ ਜਾਏ ਕਿ ਉਮਰਾਂ ਵਿੱਚ ਕੀ ਰੱਖਿਆ ਹੈ ਤਾਂ ਉਹ ਕਹਿਣਗੇ ਮੇਰੇ ਮੈਡਲ। ਪਾਕਿਸਤਾਨੀ ਪੰਜਾਬ ਵਿੱਚ ਪੈਦਾ ਹੋਏ ਜਗਜੀਤ ਸਿੰਘ ਕਥੂਰੀਆ ਹਰਿਆਣਾ 'ਚ ਸਿੱਖਿਆ ਵਿਭਾਗ ਤੋਂ ਹੈੱਡਮਾਸਟਰ ਸੇਵਾ ਮੁਕਤ ਹੋਏ ਨੇ। ਫਿਰ ਪ੍ਰਾਈਵੇਟ ਸਕੂਲ ਵਿੱਚ ਪ੍ਰਿੰਸੀਪਲ ਵੀ ਰਹੇ ਨੇ। ਨਵੀਂ ਦਿੱਲੀ ਅਤੇ ਕਰਨਾਲ ਵਿਖੇ ਇਹਨਾਂ ਨੇ ਆਪਣਾ ਘਰ ਬਣਾਇਆ ਹੈ ਪਰ ਹੁਣ ਉਹ 2008 ਤੋਂ ਨਿਊਜ਼ੀਲੈਂਡ ਵਿਖੇ ਆਪਣੀ ਬੇਟੀ ਕੋਲ ਰਹਿ ਰਹੇ ਨੇ। ਇਹਨਾਂ ਦਾ ਬੇਟਾ ਆਸਟ੍ਰੇਲੀਆ 'ਚ ਹੈ, ਇੱਕ ਕੈਨੇਡਾ 'ਚ ਹੈ। ਖੇਡਾਂ ਪ੍ਰਤੀ ਉਹਨਾਂ ਦਾ ਲਗਾਅ ਜਵਾਨੀ ਵੇਲੇ ਤੋਂ ਰਿਹਾ ਅਤੇ 1958 ਵਿੱਚੋਂ ਮਾਲਵਾ ਵੀਐਡ ਟ੍ਰੇਨਿੰਗ ਕਾਲਜ ਲੁਧਿਆਣਾ ਦੇ ਬੈਸਟ ਐਥਲੀਟ ਵੀ ਰਹੇ ਨੇ। ਕਰਨਾਲ ਵਿਖੇ ਉਹ ਈਗਲ ਕਲੱਬ ਫੁੱਟਬਾਲ ਟੀਮ ਦੇ ਮੈਂਬਰ ਵੀ ਰਹੇ ਨੇ। ਲੁਧਿਆਣਾ ਦੇ ਵਿੱਚੋਂ ਇੰਟਰ ਕਾਲਜ ਹਾਕੀ ਖੇਡਦੇ ਰਹੇ ਨੇ। ਨਿਊਜ਼ੀਲੈਂਡ ਆਉਣ ਤੋਂ ਬਾਅਦ ਉਹਨਾਂ ਨੇ ਸਮਾਜਿਕ ਗਤੀਵਿਧੀਆਂ ਜਾਰੀ ਰੱਖੀਆਂ ਜਿਨ੍ਹਾਂ ਦੇ ਸਨਮਾਨ ਵਜੋਂ ਮੈਨਖਾਓ ਸਿਟੀ ਕੌਂਸਲ ਉਹਨਾਂ ਨੂੰ ਸਰਵਿਸ ਕਮਿਊਨਿਟੀ ਅਵਾਰਡ ਮਿਲਿਆ। 2012 'ਚ ਇੰਡੀਅਨ ਕਮਿਊਨਿਟੀ ਵੱਲੋਂ ਸੀਨੀਅਰ ਸਿਟੀਜ਼ਨ ਆਫ ਦਾ ਈਅਰ ਅਵਾਰਡ ਵੀ ਦਿੱਤਾ ਜਾ ਚੁੱਕਾ ਹੈ ਤੇ ਹੁਣ ਵੀ ਉਹ 85 ਸਾਲ ਦੀ ਉਮਰ ਦੇ ਵਿੱਚ ਖੇਡਾਂ 'ਚ ਹਿੱਸਾ ਲੈ ਕੇ ਲਗਾਤਾਰ ਮੈਡਲ ਜਿੱਤ ਰਹੇ ਨੇ ਔਰ ਸਿੱਖ ਭਾਈਚਾਰੇ ਦਾ ਮਾਣ ਵਧਾ ਰਹੇ ਨੇ। ਇਸਲਾਮਿਕ ਦੇਸ਼ ਈਰਾਨ ਵਿੱਚ ਹਜਾਬ ਦੇ ਖਿਲਾਫ ਹਿੰਸਕ ਪ੍ਰਦਰਸ਼ਨ ਅਜੇ ਵੀ ਜਾਰੀ ਨੇ। ਸਰਕਾਰ ਪ੍ਰਦਰਸ਼ਨਕਾਰੀਆਂ ਦੀ ਆਵਾਜ਼ ਨੂੰ ਦਬਾਉਣ ਦੇ ਲਈ ਤਾਕਤ ਦੀ ਵਰਤੋਂ ਕਰਨ 'ਚ ਲੱਗੀ ਹੋਈ ਹੈ। ਹੁਣ ਮੀਡੀਆ ਰਿਪੋਰਟਾਂ ਦੇ ਮੁਤਾਬਕ ਈਰਾਨ ਦੀ ਪੁਲਿਸ ਨੇ ਵੱਡੀ ਗਿਣਤੀ ਦੇ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ। ਇਸ ਤੋਂ ਬਾਅਦ ਵੀ ਲੋਕਾਂ ਦਾ ਗੁੱਸਾ ਘੱਟ ਨਹੀਂ ਹੋ ਰਿਹਾ। ਆਖਰਕਾਰ ਸਰਕਾਰ ਧਰਨਾਕਾਰੀਆਂ ਅੱਗੇ ਝੁਕਦੀ ਹੋਈ ਕਿਤੇ ਨਾ ਕਿਤੇ ਨਜ਼ਰ ਆਉਣ ਲੱਗੀ ਹੈ। ਈਰਾਨ ਦੀ ਸਰਕਾਰ ਨੇ ਕਰੀਬ 2 ਮਹੀਨਿਆਂ ਤੋਂ ਚੱਲ ਰਹੇ ਹਿੰਸਕ ਪ੍ਰਦਰਸ਼ਨਾਂ ਦੇ ਦੌਰਾਨ ਹਿਜਾਬ ਨੂੰ ਲਾਜ਼ਮੀ ਕਰਨ ਵਾਲੇ ਦਹਾਕਿਆਂ ਪੁਰਾਣੇ ਕਾਨੂੰਨ ਦੀ ਸਮੀਖਿਆ ਕਰਨ ਦਾ ਸੰਕੇਤ ਦਿੱਤਾ। ਇਸ ਕਾਨੂੰਨ ਤਹਿਤ ਈਰਾਨ ਵਿੱਚ ਔਰਤਾਂ ਨੂੰ ਸਿਰ ਢੱਕਣਾ ਪੈਂਦਾ ਹੈ। ਇਸ ਕਾਨੂੰਨ ਤਹਿਤ 22 ਸਾਲਾ ਮਹਾਸਾ ਅਮੀਨੀ ਨੂੰ ਗ੍ਰਿਫਤਾਰ ਕੀਤਾ ਗਿਆ। ਮਹਿਸਾ ਦੀ 16 ਸਤੰਬਰ ਨੂੰ ਪੁਲਿਸ ਹਿਰਾਸਤ ਵਿੱਚ ਮੌਤ ਹੋ ਗਈ ਸੀ। ਰਿਪੋਰਟਾਂ ਦੇ ਮੁਤਾਬਕ ਉਸ ਨੂੰ ਪੁਲਿਸ ਹਿਰਾਸਤ ਵਿੱਚ ਬਹੁਤ ਤਸੀਹੇ ਦਿੱਤੇ ਗਏ। ਸਮਾਚਾਰ ਏਜੰਸੀ AFP ਨੇ ਈਰਾਨ ਦੇ ਅਟਾਰਨੀ ਜਨਰਲ ਮੁਹੰਮਦ ਜ਼ਾਫਰ ਮੌਂਤਾਜ਼ੇਰੀ ਦੇ ਹਵਾਲੇ ਨਾਲ ਕਿਹਾ ਕਿ ਈਰਾਨ ਦੀ ਸਰਕਾਰ ਨੇ ਹੁਣ ਲਾਜ਼ਮੀ ਹਿਜਾਬ ਨਾਲ ਜੁੜੇ ਦਹਾਕਿਆਂ ਪੁਰਾਣੇ ਕਾਨੂੰਨ ਨੂੰ ਬਦਲਣ ਦਾ ਫੈਸਲਾ ਕੀਤਾ। ਉਹਨਾਂ ਨੇ ਕਿਹਾ ਕਿ ਸੰਸਦ ਅਤੇ ਨਿਆਂਪਾਲਿਕਾ ਦੋਵੇਂ ਇਸ ਮੁੱਦੇ ਤੇ ਕੰਮ ਕਰ ਰਹੇ ਨੇ। ਦੋਵੇਂ ਇਹ ਦੇਖਣਗੇ ਕਿ ਕੀ ਕਾਨੂੰਨ 'ਚ ਕਿਸੇ ਬਦਲਾਅ ਦੀ ਲੋੜ ਹੈ। ਇਸ ਦੇ ਨਾਲ ਹੀ ISNA ਨਿਊਜ਼ ਏਜੰਸੀ ਨੇ ਕਿਹਾ ਕਿ ਉਹਨਾਂ ਨੇ ਇਹ ਸਪਸ਼ਟ ਨਹੀਂ ਕੀਤਾ ਕਿ ਦੋਵੇਂ ਸੰਸਥਾਵਾਂ ਦੁਆਰਾ ਕਾਨੂੰਨ ਵਿੱਚ ਕੀ ਸੋਧਾਂ ਕੀਤੀਆਂ ਜਾ ਸਕਦੀਆਂ ਨੇ। ਬ੍ਰਿਟੇਨ ਦੀ 17ਵੀਂ ਸਦੀ ਦੇ ਸੇਂਟ ਐਡਵਰਡਜ਼ ਕ੍ਰਾਊਨ ਦੇ ਤਾਜ ਦੇ ਗਹਿਣਿਆਂ ਨੂੰ ਰਾਜਾ ਚਾਰਲਸ III ਦੀ ਤਾਜਪੋਸ਼ੀ ਦੇ ਲਈ ਦੁਬਾਰਾ ਡਿਜ਼ਾਈਨ ਕੀਤਾ ਜਾ ਰਿਹਾ। ਬੰਗਿੰਘਮ ਪੈਲੇਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਬੰਗਿੰਘਮ ਪੈਲੇਸ ਨੇ ਕਿਹਾ ਕਿ ਰੂਬੀ, ਨੀਲਮ, ਕਾਰਨੇਟ, ਪੁਖਰਾਜ ਅਤੇ ਟਰਮਾਲਾਈਨਜ਼ ਨਾਲ ਜੁੜੇ ਸੋਨੇ ਦੇ ਠੋਸ ਤਾਜ ਤੇ ਅਗਲੇ ਸਾਲ 6 ਮਈ ਨੂੰ ਵੈਸਟਮਿੰਸਟਰ ਐਬੇ ਵਿਖੇ ਚਾਰਲਸ III ਦੀ ਤਾਜਪੋਸ਼ੀ ਦੇ ਲਈ ਸੰਸ਼ੋਧਨ ਦਾ ਕੰਮ ਕੀਤਾ ਜਾਏਗਾ। ਇਸ ਲਈ ਇਸ ਨੂੰ ਪ੍ਰਦਰਸ਼ਨੀ ਤੋਂ ਹਟਾ ਦਿੱਤਾ ਗਿਆ। ਇੱਕ ਸਾਲ ਵਿੱਚ 1 ਮਿਲੀਅਨ ਤੋਂ ਵੱਧ ਲੋਕ ਸੇਂਟ ਐਡਵਰਡਜ਼ ਕ੍ਰਾਊਨ ਦਾ ਦੌਰਾ ਕਰਦੇ ਨੇ ਜੋ ਟਾਵਰ ਆਫ ਲੰਡਨ 'ਚ ਸ਼ਾਹੀ ਰੇਗਾਲੀਆ ਦੇ ਸੰਗ੍ਰਹਿ 'ਚ ਰੱਖਿਆ ਗਿਆ। ਇਸ ਵਿੱਚ ਇੱਕ ਐਰਮਾਈਨ ਬੈਂਡ ਦੇ ਨਾਲ ਇੱਕ ਜਾਪਾਨੀ ਮਖਮਲੀ ਕੈਪ ਹੈ। ਇਹ 30 ਸੈਂਟੀਮੀਟਰ ਤੋਂ ਵੱਧ ਲੰਬਾ ਅਤੇ ਬਹੁਤ ਭਾਰੀ ਹੈ। ਇਹ ਆਖਰੀ ਵਾਰ ਮਹਾਰਾਣੀ ਐਲਿਜ਼ਾਬੈਥ II ਦੁਆਰਾ 1953 ਵਿੱਚ ਆਪਣੀ ਤਾਜਪੋਸ਼ੀ ਦੌਰਾਨ ਪਹਿਨਿਆ ਗਿਆ ਸੀ। ਚਾਰਲਸ III 74 ਨੂੰ ਉਹਨਾਂ ਦੀ ਪਤਨੀ ਯਾਨੀ ਕਿ ਉਹਨਾਂ ਦੀ ਉਮਰ 74 ਸਾਲ ਹੈ, ਉਹਨਾਂ ਦੀ ਪਤਨੀ ਮਹਾਰਾਣੀ ਕੰਸੋਰਟ ਕੈਮਿਲਾ ਨਾਲ ਤਾਜ ਪਹਿਨਾਇਆ ਜਾਏਗਾ। ਸਮਾਗਮ ਤੋਂ ਬਾਅਦ 8 ਮਈ ਨੂੰ ਰਾਸ਼ਟਰੀ ਛੁੱਟੀ ਹੋਏਗੀ। ਇਹ ਤਾਜ 1661 ਵਿੱਚ ਰਾਜਾ ਚਾਰਲਸ ਦੂਜੇ ਦੇ ਲਈ ਬਣਾਇਆ ਗਿਆ ਸੀ। ਇਸ ਤੋਂ ਬਾਅਦ ਸੈਂਕੜੇ ਸਾਲਾਂ ਤੱਕ ਤਾਜ ਨੂੰ ਕੇਵਲ ਤਾਜਪੋਸ਼ੀ ਦੇ ਜਲੂਸਾਂ ਵਿੱਚ ਲਿਜਾਇਆ ਜਾਂਦਾ ਸੀ ਕਿਉਂਕਿ ਇਹ ਪਹਿਨਣ ਦੇ ਲਈ ਬਹੁਤ ਭਾਰਾ ਹੈ। ਇਸ ਨੂੰ 1911 ਵਿੱਚ ਰਾਜਾ ਜਾਰਜ 5ਵੇਂ ਦੀ ਤਾਜਪੋਸ਼ੀ ਦੇ ਲਈ ਹਲਕਾ ਬਣਾਉਣ ਦੇ ਲਈ ਬਦਲਿਆ ਗਿਆ ਸੀ ਪਰ ਫਿਰ ਵੀ ਇਸ ਦਾ ਭਾਰ 2.23 ਕਿਲੋਗ੍ਰਾਮ ਯਾਨੀ ਕਿ ਲਗਭਗ 5 ਪੌਂਡ ਹੈ।
ਚਾਰਲਸ III ਇਸ ਨੂੰ ਕੇਵਲ ਆਪਣੀ ਤਾਜਪੋਸ਼ੀ ਦੇ ਸਮੇਂ ਪਹਿਨੇਗਾ। ਜਦੋਂ ਉਹ ਵੈਸਟਮਿੰਸਟਰ ਐਬੇ ਛੱਡਦਾ ਹੈ ਤਾਂ ਚਾਰਲਸ ਵਧੇਰੇ ਆਧੁਨਿਕ ਇੰਪੀਰੀਅਲ ਸਟ੍ਰੇਟ ਕਰਾਊਨ ਪਹਿਨੇਗਾ, ਜਿਸ ਦੀ ਵਰਤੋਂ ਸੰਸਦ ਦੇ ਉਦਘਾਟਨ ਵਰਗੇ ਮੌਕਿਆਂ ਲਈ ਵੀ ਕੀਤੀ ਜਾਂਦੀ ਹੈ। ਇੰਪੀਰੀਅਲ ਸਟ੍ਰੇਟ ਕਰਾਊਨ, ਜਿਸ ਵਿੱਚ 2000 ਤੋਂ ਵੱਧ ਹੀਰੇ ਸਨ, ਨੂੰ 1937 ਵਿੱਚ ਐਲਿਜ਼ਾਬੈਥ II ਦੇ ਪਿਤਾ ਕਿੰਗ ਜਾਰਜ 6 ਦੀ ਤਾਜਪੋਸ਼ੀ ਲਈ ਬਣਾਇਆ ਗਿਆ ਸੀ। ਤਾਜਪੋਸ਼ੀ ਰਵਾਇਤੀ ਤੌਰ ਤੇ ਸ਼ਾਹੀ ਸੋਗਤ ਤੇ ਤੀਬਰ ਤਿਆਰੀ ਦੀ ਮਿਆਦ ਦੇ ਬਾਅਦ ਇੱਕ ਨਵੇਂ ਪ੍ਰਭਸੱਤਾ ਦੇ ਸਿੰਘਾਸਣ ਤੇ ਚੜ੍ਹਨ ਤੋਂ ਕੁਝ ਮਹੀਨਿਆਂ ਬਾਅਦ ਹੁੰਦੀ ਹੈ। ਚਾਰਲਸ ਤੁਰੰਤ 8 ਸਤੰਬਰ ਨੂੰ ਰਾਜਾ ਬਣ ਗਿਆ ਜਦੋਂ ਉਸ ਦੀ ਮਾਂ ਦੀ ਮੌਤ ਹੋ ਗਈ। ਉਸਨੇ ਆਸਟ੍ਰੇਲੀਆ, ਕੈਨੇਡਾ ਤੇ ਨਿਊਜ਼ੀਲੈਂਡ ਸਮੇਤ 14 ਰਾਸ਼ਟਰਮੰਡਲ ਦੇਸ਼ਾਂ ਦੇ ਲਈ ਰਾਜ ਦੇ ਮੁਖੀ ਵਜੋਂ ਜਿਹੜੀ ਸੇਵਾ ਕਰਨੀ ਸ਼ੁਰੂ ਕੀਤੀ ਹੈ ਔਰ ਜਨਤਕ ਧਾਰਨਾਵਾਂ ਬਾਰੇ ਚਿੰਤਤ ਉਸਨੇ ਕਥਿਤ ਤੌਰ ਤੇ 1953 ਚ ਐਲਿਜ਼ਾਬੈਥ II ਦੇ ਲਈ ਆਯੋਜਿਤ ਕੀਤੇ ਗਏ ਸਮਾਰੋਹ ਨਾਲੋਂ ਘੱਟ ਸ਼ਾਨਦਾਰ ਸਮਾਰੋਹ ਦੀ ਬੇਨਤੀ ਕੀਤੀ। ਮਹਾਰਾਣੀ ਜੋ 96 ਸਾਲ ਦੀ ਸੀ ਦੀ ਸਿਹਤ ਖਰਾਬ ਹੋਣ ਤੋਂ 1 ਸਾਲ ਬਾਅਦ ਸਕਾਟਲੈਂਡ ਵਿੱਚ ਉਸਦੀ ਬਾਲਮੋਲ ਅਸਟੇਟ ਵਿੱਚ ਮੌਤ ਹੋ ਗਈ। ਰਾਣੀ ਨੇ ਰਿਕਾਰਡ 70 ਸਾਲ ਰਾਜ ਕੀਤਾ। ਸਾਡੇ ਦੇਸ਼ ਵਿੱਚ ਰੁਜ਼ਗਾਰ ਨਾ ਮਿਲਣ ਕਾਰਨ ਸਾਡੀ ਨੌਜਵਾਨ ਪੀੜ੍ਹੀ ਵਿਦੇਸ਼ਾਂ 'ਚ ਜਾ ਰਹੀ ਹੈ, ਯਾਨੀ ਕਿ ਗੱਲ ਭਾਰਤ ਦੀ ਕਰ ਰਹੇ ਹਾਂ। ਚੰਗੇ ਭਵਿੱਖ ਦੀ ਆਸ ਵਿੱਚ ਗਏ ਕਈ ਨੌਜਵਾਨ ਆਪਣੀ ਅਣਹੋਣੀ ਜਿਹੜੀ ਹੈ ਉਸ ਦਾ ਸ਼ਿਕਾਰ ਹੋ ਜਾਂਦੇ ਨੇ। ਹੁਣ ਅਜਿਹਾ ਹੀ ਮਾਮਲਾ ਗੜ੍ਹਸ਼ੰਕਰ ਦੇ ਪਿੰਡ ਰਾਮਪੁਰ ਦਾ ਸਾਹਮਣੇ ਆਇਆ, ਜਿੱਥੇ ਇੱਕ 20 ਸਾਲਾ ਨੌਜਵਾਨ ਭਾਰਤ ਸਿੰਘ, ਜੋ ਕਿ ਆਪਣੀ ਮਾਂ ਤੇ ਭੈਣ ਦਾ ਇਕਲੌਤਾ ਸਹਾਰਾ ਸੀ, ਘਰ ਦਾ ਗੁਜ਼ਾਰਾ ਚਲਾਉਣ ਦੇ ਲਈ ਕਰੀਬ 2 ਮਹੀਨੇ ਪਹਿਲਾਂ ਮਲੇਸ਼ੀਆ ਗਿਆ। ਕੁਝ ਦਿਨ ਪਹਿਲਾਂ ਸਵੇਰ ਦੇ ਸਮੇਂ ਪਰਿਵਾਰ ਨੂੰ ਉਸਦੀ ਮੌਤ ਦੀ ਖਬਰ ਮਿਲੀ ਤੇ ਉਹਨਾਂ ਦੇ ਲੜਕੇ ਨੇ ਆਤਮ ਹੱਤਿਆ ਕਰ ਲਈ ਹੈ। ਪਰ ਪਰਿਵਾਰ ਦਾ ਕਹਿਣਾ ਹੈ ਕਿ ਉਸੇ ਦਿਨ 1 ਘੰਟਾ ਪਹਿਲਾਂ ਉਹਨਾਂ ਦੀ ਲੜਕੀ ਨਾਲ ਗੱਲ ਹੋਈ ਸੀ ਤੇ ਉਹ ਹੱਸ-ਹੱਸ ਕੇ ਗੱਲਾਂ ਕਰ ਰਿਹਾ ਸੀ ਅਤੇ ਕਹਿ ਰਿਹਾ ਸੀਗਾ ਕਿ ਮੇਰਾ ਕੰਮਕਾਰ ਬਹੁਤ ਵਧੀਆ ਚੱਲ ਰਿਹਾ, ਮੇਰਾ ਮਾਲਕ ਜਲਦੀ ਮੈਨੂੰ ਮਲੇਸ਼ੀਆ ਦੇ ਵਿੱਚ ਪੱਕਾ ਕਰਾ ਦੇਗਾ। ਪਰ ਸਵੇਰੇ ਦਿਨ ਚੜ੍ਹਦੇ ਬੁਰੀ ਖਬਰ ਮਿਲਦੀ ਹੈ ਕਿ ਤੁਹਾਡੇ ਬੇਟੇ ਨੇ ਆਤਮ ਹੱਤਿਆ ਕਰ ਲਈ ਹੈ। ਇਜ਼ਰਾਈਲ ਦੀ ਖੁਫੀਆ ਏਜੰਸੀ ਮੋਸਾਦ ਲਈ ਕੰਮ ਕਰਨ ਦੇ ਦੋਸ਼ ਵਿੱਚ ਐਤਵਾਰ ਨੂੰ ਈਰਾਨ 'ਚ 4 ਲੋਕਾਂ ਨੂੰ ਫਾਂਸੀ ਦੇ ਦਿੱਤੀ ਗਈ। ਈਰਾਨ ਦੀ ਸਰਕਾਰੀ ਨਿਊਜ਼ ਏਜੰਸੀ ਇਰਨਾ ਦੇ ਮੁਤਾਬਕ ਦੇਸ਼ ਦੇ ਰੈਵੋਲਿਊਸ਼ਨਰੀ ਗਾਰਡ ਨੇ ਇਜ਼ਰਾਈਲੀ ਏਜੰਸੀ ਨਾਲ ਜੁੜੇ ਲੋਕਾਂ ਦੀ ਗ੍ਰਿਫਤਾਰੀ ਦੀ ਸੂਚਨਾ ਦਿੱਤੀ। ਉਹਨਾਂ ਨੇ ਦੱਸਿਆ ਕਿ ਇਹ ਲੋਕ ਨਿੱਜੀ ਅਤੇ ਸਰਕਾਰੀ ਸੰਪਤੀ ਦੀ ਚੋਰੀ ਕਰਦੇ ਸਨ ਅਤੇ ਇਹਨਾਂ ਵੱਲੋਂ ਲੋਕਾਂ ਨੂੰ ਅਗਵਾ ਕਰਕੇ ਪੁੱਛਗਿੱਛ ਕੀਤੀ ਜਾਂਦੀ ਸੀ। ਜੋਨਾਥਨ ਧਰਤੀ ਦਾ ਸਭ ਤੋਂ ਪੁਰਾਣਾ ਕੱਛੂ ਹੋਣ ਦਾ ਅਧਿਕਾਰਤ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਇਸ ਦੀ ਉਮਰ 190 ਸਾਲ ਹੈ। ਗਿਨੀਜ਼ ਵਰਲਡ ਰਿਕਾਰਡਸ ਨੇ ਇਸ ਨੂੰ ਸਭ ਤੋਂ ਪੁਰਾਣੇ ਕੱਛੂ-ਕੰਮੇ ਦਾ ਖਿਤਾਬ ਦਿੱਤਾ। ਜੋਨਾਥਨ ਸੇਸ਼ੇਲਸ ਦਾ ਇੱਕ ਵਿਸ਼ਾਲ ਕੱਛੂ ਹੈ। ਇਹ ਨੈਪੋਲੀਅਨ ਦੀ ਮੌਤ ਤੋਂ ਥੋੜੀ ਦੇਰ ਬਾਅਦ ਪੈਦਾ ਹੋਇਆ ਸੀ ਅਤੇ ਹੁਣ ਅਧਿਕਾਰਤ ਤੌਰ ਤੇ ਧਰਤੀ ਦਾ ਸਭ ਤੋਂ ਪੁਰਾਣਾ ਜੀਵਿਤ ਜਾਨਵਰ ਹੈ। ਜੋਨਾਥਨ ਸੇਸ਼ੇਲਸ ਦਾ ਵਿਸ਼ਾਲ ਕੱਛੂ ਦੂਰ ਦੱਖਣ ਅਟਲਾਂਟਿਕ 'ਚ ਸੈਨ ਹੈਲੇਨਾ 'ਚ ਆਪਣਾ 190ਵਾਂ ਜਨਮ ਦਿਨ ਮਨਾ ਰਿਹਾ। ਉਹਨਾਂ ਦੇ ਜਨਮ ਦਿਨ ਤੇ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਨੇ। ਸਥਾਨਕ ਪ੍ਰਸ਼ਾਸਨ ਦੇ ਕੋਲ ਜੋਨਾਥਨ ਦੇ ਜਨਮ ਸੰਬੰਧੀ ਕੋਈ ਪ੍ਰਮਾਣਿਤ ਦਸਤਾਵੇਜ਼ ਨਹੀਂ ਹੈ, ਹਾਲਾਂਕਿ ਇਸ ਦੀ ਉਮਰ ਇਸ ਤੋਂ ਕਿਤੇ ਜ਼ਿਆਦਾ ਹੋ ਸਕਦੀ ਹੈ। ਸਥਾਨਕ ਪੱਧਰ ਤੇ ਇਹ ਮੰਨਿਆ ਜਾਂਦਾ ਹੈ ਕਿ ਜੋਨਾਥਨ ਦਾ ਜਨਮ 1832 'ਚ ਹੋਇਆ ਸੀ। ਜੋਨਾਥਨ ਸੇਂਟ ਹੈਲੇਨਾ ਦੇ ਗਵਰਨਰ ਦੀ ਸਰਕਾਰੀ ਰਿਹਾਇਸ਼ ਪਲਾਂਟੇਸ਼ਨ ਹਾਊਸ ਵਿੱਚ ਰਿਟਾਇਰਮੈਂਟ 'ਚ ਇੱਕ ਆਰਾਮਦਾਇਕ ਜੀਵਨ ਬਤੀਤ ਕਰਦਾ ਹੈ। ਇਸ ਦੇ ਨਾਲ ਹੀ ਇੱਥੇ 3 ਹੋਰ ਬਜ਼ੁਰਗ ਕੱਛੂ ਰਹਿੰਦੇ ਨੇ, ਜਿਨ੍ਹਾਂ ਦਾ ਨਾਂ ਡੇਵਿਡ, ਐਮਾ ਤੇ ਫਰੀਡ ਹੈ। ਕਿਹਾ ਜਾਂਦਾ ਹੈ ਕਿ ਜੋਨਾਥਨ ਦੀ ਪਹਿਲੀ ਤਸਵੀਰ 1838 ਚ ਲਈ ਗਈ ਸੀ। ਸੈਂਟ ਹੈਲੇਨਾ ਵਿੱਚ ਉਸਦੇ ਜਨਮ ਦਿਨ ਤੇ ਇੱਕ ਵਿਸ਼ੇਸ਼ ਡਾਕ ਟਿਕਟ ਜਾਰੀ ਕਰਨ ਸਮੇਤ ਪੂਰੇ ਹਫ਼ਤੇ ਦੇ ਅੰਤ ਵਿੱਚ ਕਈ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਐਤਵਾਰ ਨੂੰ ਜੋਨਾਥਨ ਦੇ ਮਨਪਸੰਦ ਭੋਜਨਾਂ ਵਿੱਚ ਇੱਕ ਨੂੰ ਜਨਮ ਦਿਨ ਕੇਕ ਨਾਲ ਮਨਾਇਆ ਜਾਏਗਾ। 2017 ਵਿੱਚ AFP ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਉਸਦੇ ਦੇਖਭਾਲ ਕਰਨ ਵਾਲਿਆਂ ਦੇ ਅਨੁਸਾਰ ਜੋਨਾਥਨ ਨੂੰ ਖਾਸ ਤੌਰ ਤੇ ਗਾਜਰ, ਸਲਾਦ, ਖੀਰਾ, ਸੇਬ ਅਤੇ ਨਾਸ਼ਪਾਤੀ ਪਸੰਦ ਨੇ। ਇੰਡੋਨੇਸ਼ੀਆ ਦਾ ਸਭ ਤੋਂ ਉੱਚਾ ਜਵਾਲਾਮੁਖੀ ਮਾਊਂਟ ਸਿਮੇਰੂ 4 ਦਸੰਬਰ 2022 ਨੂੰ ਅਚਾਨਕ ਫੁੱਟ ਪਿਆ। ਜਵਾਲਾਮੁਖੀ ਦੇ ਫੁੱਟਣ ਕਾਰਨ ਲਾਵੇ ਦਾ ਦਰਿਆ ਰੁਕਣ ਦਾ ਨਾਮ ਨਹੀਂ ਲੈ ਰਿਹਾ। ਗਰਮ ਸੁਆਹ ਅਤੇ ਗੈਸ ਦੇ ਬੱਦਲਾਂ ਨੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਸੋਮਵਾਰ ਨੂੰ ਸੁਧਰੇ ਮੌਸਮ ਨੇ ਬਚਾਅ ਕਰਮੀਆਂ ਨੂੰ ਨਿਕਾਸੀ ਦੇ ਯਤਨਾਂ ਨੂੰ ਮੁੜ ਸ਼ੁਰੂ ਕਰਨ ਅਤੇ ਸੰਭਾਵਤ ਪੀੜਤਾਂ ਦੀ ਭਾਲ ਕਰਨ ਦੀ ਆਗਿਆ ਦਿੱਤੀ, ਜੋ ਮੌਨਸੂਨ ਦੀ ਬਾਰਿਸ਼ ਕਾਰਨ ਸ਼ੁਰੂ ਹੋਇਆ। ਪੂਰਬੀ ਜਾਵਾ ਪ੍ਰਾਂਤ ਦੇ ਲੁਮਜ਼ਾਂਗ ਜ਼ਿਲ੍ਹੇ ਵਿੱਚ ਮਾਊਂਟ ਸਿਮੇਰੂ ਨੇ ਐਤਵਾਰ ਨੂੰ ਆਸਮਾਨ ਵਿੱਚ 1500 ਤੋਂ ਵੱਧ ਸੁਆਹ ਦੇ ਸੰਘਣੇ ਗੁਬਾਰੇ ਛੱਡੇ। ਪਿੰਡ ਅਤੇ ਆਸ-ਪਾਸ ਦੇ ਕਸਬੇ ਡਿੱਗਣ ਵਾਲੀ ਸੁਆਹ ਨਾਲ ਢਕੇ ਹੋਏ ਨੇ, ਪਰ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਸੋਮਵਾਰ ਨੂੰ ਸੈਂਬਰਵਲਹੂ ਅਤੇ ਸਪਿਤੂਰੰਗ ਦੇ ਸਭ ਤੋਂ ਪ੍ਰਭਾਵਿਤ ਪਿੰਡਾਂ ਵਿੱਚ ਸੈਂਕੜੇ ਬਚਾਅ ਕਰਮੀਆਂ ਨੂੰ ਤਾਇਨਾਤ ਕੀਤਾ ਗਿਆ, ਜਿੱਥੇ ਜਵਾਲਾਮੁਖੀ ਦੇ ਮਲਬੇ ਨਾਲ ਘਰਾਂ ਤੇ ਮਸਜਿਦਾਂ ਨੂੰ ਉਹਨਾਂ ਦੀਆਂ ਛੱਤਾਂ ਸਮੇਤ ਦੱਬਿਆ ਗਿਆ ਸੀ।
ਇਸ ਤਰ੍ਹਾਂ ਹੁਣ ਤੱਕ ਦੀਆਂ ਖਬਰਾਂ ਮੈਨੂੰ ਵਰੁਣ ਕੌਰ ਮਾਨ ਨੂੰ ਦਿਵਾ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸ਼ੁਕਰੀਆ, ਸਤਿ ਸ਼੍ਰੀ ਅਕਾਲ।